यूएस मुद्दा के इस एपीसोड में फिर थोड़ा स्वागत है। ਅਸੀਂ लगातार दूजे एपीसोड में सिख ह्यूमन डेवलपमेंट फाउंडेशन के नुमाइंदियां दे नाल बैठे गलबात कर रहे हैं। चेता करा देवां फिर जसप्रीत कौर जी जिहड़े जनरल सैकटरी ने फाउंडेशन के और डायरैक्टर ने मनप्रीत सिंह जी जिहड़े साडे नाल मौजूद ने। ਪਹਿਲਾਂ ਅਸੀਂ ਜਾਂਦੇ ਹਾਂ बीते दिन ਜਿਹੜੀ ਗੱਲ ਮੁਕਾ ਰਹੇ ਸੀ ਉਹਦੇ 'ਚ ਅਸੀਂ ਗੱਲਬਾਤ ਕਰ ਰਹੇ ਸੀ ਜਦੋਂ ਇਹ ਦੱਸ ਰਹੇ ਸੀ ਕਿ ਕਰੀਬ $48 ਦੀ ਐਵਰੇਜ ਕਾਸਟ ਦੇ ਹਿਸਾਬ ਨਾਲ ਤੁਸੀਂ $50 ਦੀ ਐਵਰੇਜ ਕਾਸਟ ਦੇ ਹਿਸਾਬ ਨਾਲ ਬੱਚਿਆਂ ਦੀ ਮਦਦ ਕਰ ਸਕਦੇ ਹੋ। ਉਹਨਾਂ ਦਾ ਮਹੀਨੇ ਦਾ ਪੜ੍ਹਾਈ ਦਾ ਖਰਚਾ ਬੇਸ਼ੱਕ ਕੱਲਾ ਉਹ ਨਹੀਂ ਕਿ ਕਿਤਾਬਾਂ ਖਰੀਦਣਾ, ਉਹ ਕੁੱਲ ਖਰਚਾ ਜਿਹੜਾ ਆ ਫੀਸ ਦੇਣ ਸਣੇ ਨਰਸਿੰਗ ਤੱਕ ਦੀ ਪੜ੍ਹਾਈ ਜਾਂ ਹੋਰ ਪੜ੍ਹਾਈਆਂ ਦੇ ਵਿੱਚ ਜਿਹੜੀ ਕੰਟਰੀਬਿਊਸ਼ਨ ਕਰਾਉਂਦੇ ਨੇ। ਅਸਲ ਦੇ ਵਿੱਚ पिछले लंबे अरसे तो जो लांभा अगली जनरेशन देंदी आ रही है कि तुसीं दसवंध की गल करते हो पर वो कट के असीं कित्थे ला रहे हैं सानू कोई पता नहीं। सो ਉਹਨੂੰ ਇੱਕ ਚੈਨਲਾਈਜ਼ ਕਰਨ ਦਾ ਸੋਰਸ ਬਣਿਆ ਹੋਇਆ ਆ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ। ਤਾਂ ਉਹ ਜਦੋਂ ਤੁਸੀਂ ਸੇਵਾ ਜਾਂ ਦਸਵੰਧ ਦੀ ਗੱਲ ਕਰਦੇ ਹੋ ਤੇ ਤੁਸੀਂ ਫੰਡਸ ਇਕੱਠੇ ਕਰਨ ਲਈ ਤੁਰਦੇ ਹੋ, ਇਸ ਕਨਸੈਪਟ ਨੂੰ ਲੋਕਾਂ ਨੂੰ ਸਮਝਾਉਣਾ ਔਖਾ ਲੱਗਦਾ ਜਾਂ ਸੌਖਾ ਲੱਗਦਾ? ਆਈ ਥਿੰਕ ਜਿਹੜਾ ਕਨਸੈਪਟ ਜਦੋਂ ਅਸੀਂ ਸਿੱਖੀ ਨਾਲ ਜੋੜਦੇ ਹੈਗੇ ਆ ਤਾਂ ਉਹ ਸੌਖਾ ਉਸ ਪੱਖੋਂ ਹੈਗਾ ਕਿ ਅਸੀਂ ਸਮਝਾ ਸਕਦੇ ਹਾਂ ਕਿ ਸਾਡੀ ਗੁਰਮਤ ਵਿਚਾਰ ਗੁਰਮਤ ਧਾਰਾ ਜਿਹੜੀ ਹੈਗੀ ਹੈ ਉਹਦੇ ਵਿੱਚ ਸੇਵਾ ਦਾ ਭਾਵ ਸਭ ਤੋਂ ਪਹਿਲੇ ਰੱਖਿਆ ਗਿਆ ਹੈ। ਸਿੱਖ ਦੀ ਡੈਫੀਨੇਸ਼ਨ ਸਿੱਖਾਂ ਦੇ ਨਾਲ ਜੁੜੀ ਹੈਗੀ, ਰਾਈਟ। ਸੋ ਇਸ ਕਰਕੇ ਐਂਡ ਸਾਡਾ ਮਿਸ਼ਨ ਵੀ ਇਹੀ ਕਿ ਸਾਡਾ ਵਿਜ਼ਨ ਵੀ ਇਹੀ ਹੈਗਾ। ਸੋ ਅਸੀਂ ਇਸ ਗੱਲ ਨੂੰ ਨਾਲ ਲੈ ਕੇ ਤੁਰੀਦਾ ਹਮੇਸ਼ਾ ਕਿ ਜਿਹੜੀ ਸੇਵਾ ਕਰਨੀ ਹੈਗੀ ਹੈ, ਕਿਸੇ ਦੂਸਰੇ ਦੇ ਆਪਣਾ ਦਸਵੰਧ ਕੱਢਣਾ ਹੈਗਾ, ਕਿਸੇ ਤਰ੍ਹਾਂ ਦੀ ਹੈਲਪ ਕਰਨੀ ਹੈਗੀ ਹੈ, ਉਹ ਸਭ ਤੋਂ ਪਹਿਲੇ ਹੈਗੀ ਹੈ। One chakna, that's a basic principle of Sikhi da, right? And Guru Nabani ਚ ਕਿੰਨੀ ਵਾਰੀ ਤੁਹਾਨੂੰ ਕਿੰਨੀ ਆਵਾਂਗੇ ਜਿਹਦੇ ਗੁਰੂ ਨਾਨਕ ਦੇਵ ਜੀ ਕਿਹਾ ਵੇ सेव कमाइए दरगे मिल कमाइए। So I mean सेवा is a basic principle of Sikhi। So okay, तो ਜਦੋਂ ਹੁਣ ਤੁਸੀਂ ਬੱਚਿਆਂ ਲਈ ਕੰਟਰੀਬਿਊਟ ਕਰਦੇ ਹੋ ਲੈਣ ਵਾਸਤੇ ਤੁਸੀਂ ਲੋਕਾਂ ਨੂੰ ਖੋਲ ਦਿੱਤੀ ਕਿ ਤੁਸੀਂ ਆਪਣੀ ਪਾਕਟ ਦੇ ਹਿਸਾਬ ਨਾਲ ਜਿੰਨਾ ਮਰਜ਼ੀ ਕਰੋ, ਪਰ ਜਿਹੜਾ ਜ਼ਰੂਰਤਮੰਦ ਹੈ ਉਹਦੀ ਇੱਕ ਮਿੱਥੀ ਹੋਈ ਜ਼ਰੂਰਤ ਹੈ। ਉਹਦਾ ਕੋਈ ਸਟਰਕਚਰ ਬਣਿਆ ਕਿ ਕਿੰਨੇ ਪੈਸੇ ਬੱਚੇ ਨੂੰ ਜਾਣੇ ਆ ਜਾਂ ਇੱਕ ਕਿੱਟ ਬਣੀ ਹੈ ਕਿ ਉਹਦੇ ਕੋਲ ਕੀ ਕੀ ਜਾਣਾ ਹੈ? ਬੱਚੇ ਸਕਾਲਰਸ਼ਿਪ ਜਿਨ੍ਹਾਂ ਨੂੰ ਮਿਲਦਾ ਹੈਗਾ ਵੇ ਤਾਂ ਉਹਨਾਂ ਪਾਰਟ ਆਫ ਦ ਫੀ ਦਿੱਤੀ ਜਾਂਦੀ ਹੈ ਆਫ ਕੋਰਸ, ਜਿਹੜੀ ਕਿ ਜਿਨ੍ਹਾਂ ਦੇ ਡਿਪੈਂਡਿੰਗ ਉਹਨਾਂ ਦੀ ਕੀ ਰਿਕੁਆਇਰਮੈਂਟ ਹੈ। ਬਟ ਦੈਨ ਇਨ ਐਡੀਸ਼ਨ ਅਸੀਂ ਵਰਕਸ਼ਾਪਸ ਕਰਨੇ ਹੈਗੇ ਆ ਸਾਲ ਵਿੱਚ 3 ਜਾਂ 4 ਵਰਕਸ਼ਾਪਸ ਹੁੰਦੀਆਂ ਹਨ ਜਿਹਨਾਂ ਨੂੰ ਇੰਟਰਵਿਊ ਸਕਿੱਲਸ ਲੀਡਰਸ਼ਿਪ ਸਕਿੱਲਸ ਸਿਖਾਏ ਜਾਂਦੇ ਹੈਗੇ। ਸੋ ਪਰਸਨੈਲਿਟੀ ਡਿਵੈਲਪਮੈਂਟ, ਹਾਂਜੀ, ਸੌਫਟ ਸਕਿੱਲ ਡਿਵੈਲਪਮੈਂਟ ਕਲਾਸਿਸ ਉਹਨਾਂ ਦਿੱਤੀ ਜਾਂਦੀ ਹੈਗੇ ਹਨ। ਤੇ ਜਿਹੜੀਆਂ ਤੁਹਾਡੀਆਂ ਕੰਟਰੀਬਿਊਸ਼ਨਸ ਹੁਣ ਤੱਕ ਹੋਈਆਂ ਨੇ, ਤੁਸੀਂ ਜਿੱਦਾਂ ਫਿਰ ਚੇਤਾ ਕਰਾ ਦਈਏ ਕਿ 2001 ਦੇ ਵਿੱਚ 22 ਬੱਚਿਆਂ ਤੋਂ ਸ਼ੁਰੂ ਹੋਈ ਸੀ, ਅੱਜ 5700 ਬੱਚਿਆਂ ਦੇ ਕੋਲ ਉਹ ਸਕਾਲਰਸ਼ਿਪ ਪਹੁੰਚ ਰਿਹਾ। ਸੋ ਉਹਦਾ ਕੁਝ ਬ੍ਰੇਕਅਪ ਦੱਸੋਗੇ ਕਿੰਨੀ ਕੁ ਪਰਸੈਂਟੇਜ ਉਹਦੇ ਚ ਮੁੰਡਿਆਂ ਦੀ ਹੈ ਕੁੜੀਆਂ ਦੀ ਹੈ? ਹਾਂਜੀ, ਸਾਡਾ ਮੇਨ ਅਸੀਂ ਕੋਸ਼ਿਸ਼ ਕਰਨੇ ਆ ਕਿ ਜ਼ਿਆਦਾ ਤੋਂ ਜ਼ਿਆਦਾ गर्ल्स ਨੂੰ ਸਕਾਲਰਸ਼ਿਪ ਮਿਲੇ। ਸੋ 75% ਆਫ ਸਾਡੀ 75% ਸਕਾਲਰਸ਼ਿਪ ਗਰਲ ਸਟੂਡੈਂਟ ਨੂੰ ਜਾਂਦੀ ਹੈ। ਐਂਡ ਇਸ ਦੇ ਕਈ ਕਾਰਨ ਹੈਗੇ ਹਨ। ਇੱਕ ਕਾਰਨ ਹੈਗੇ ਕਿ ਪੰਜਾਬ ਵਿੱਚ ਗਰਲ ਐਜੂਕੇਸ਼ਨ ਨੂੰ ਇੰਨੀ ਪ੍ਰਾਇੋਰਟੀ ਨਹੀਂ ਦਿੱਤੀ ਜਾਂਦੀ ਹੈਗੀ ਹੈ। ਸੋ ਦਿਸ ਪ੍ਰੋਵਾਈਡਸ ਅ ਫੰਡ ਐਂਡ ਦੈਨ ਅਗਰ ਆਈ ਮੀਨ ਦਿਸ ਹੈਜ਼ ਬੀਨ ਸੈਡ ਕਿ ਅਗਰ ਤੁਸੀਂ ਇੱਕ ਕੁੜੀ ਨੂੰ ਇੱਕ ਪੜ੍ਹਾਓਗੇ ਤਾਂ ਪੂਰੇ ਪਰਿਵਾਰ ਨੂੰ ਪੜ੍ਹਾਓਗੇ, ਅਗਲੀ ਜਨਰੇਸ਼ਨਸ ਨੂੰ ਪੜ੍ਹਾਓਗੇ। ਐਂਡ ਪਤਾ ਨਹੀਂ ਪੈਸੇ ਲੈ ਕੇ ਸਹੀ ਗੱਲ ਹੈ। ਸੋ ਆਈ ਮੀਨ ਗਿਵ ਐਨ ਐਗਜ਼ਾਮਪਲ ਤੁਹਾਨੂੰ ਦਿਆਂ, ਇੱਕ ਅਸੀਂ ਲੁਧਿਆਣੇ ਵਿੱਚ ਇੱਕ ਬੱਚੀ ਨੂੰ ਦਿੱਤਾ ਸੀ ਸਕਾਲਰਸ਼ਿਪ ਦਿੱਤੀ ਸੀ, ਉਹ ਨਰਸ ਬਣ ਗਈ ਹੈ, ਉਹ ਆਪਣੇ 2 ਭੈਣਾਂ ਨੂੰ ਪੜ੍ਹਾ ਰਹੀ ਹੈ ਤੇ ਆਪਣੇ ਕਜ਼ਨਸ ਨੂੰ ਵੀ ਪੜ੍ਹਾ ਰਹੀ ਹੈ। ਸੋ ਉਹ ਤੋਂ ਚੇਨ ਬਣ ਗਈ ਆ ਐਗਜ਼ੈਕਟਲੀ। ਸੋ 75% is for we give it to girls and then 64% is for rural areas, so ਪਿੰਡਾਂ ਵਿੱਚ ਜਾਂਦਾ ਹੈਗਾ ਵੇ। ਸੋ ਓਕੇ, ਸੋ ਉਹ ਤੁਹਾਡਾ ਜਿਹੜਾ ਕਨਸੈਂਟਰੇਸ਼ਨ ਜ਼ਿਆਦਾ ਪੇਂਡੂ ਇਲਾਕੇ ਵਿੱਚ ਹੈ ਆਫ ਕੋਰਸ, ਕਿਉਂਕਿ ਸਭ ਤੋਂ ਜ਼ਿਆਦਾ ਵੱਡੀ ਗਿਣਤੀ ਜ਼ਰੂਰਤਮੰਦਾਂ ਦੀ। ਔਰ ਉਹ ਕੈਟੇਗਰੀ ਇੱਕ ਪਾਸਿਓਂ ਅਸੀਂ ਘੱਟ ਸਾਈਜ਼ ਦੀ ਕਿਸਾਨੀ ਵਾਲੇ ਕਿਸਾਨਾਂ ਦੀ ਗੱਲ ਕਰਦੇ ਹਾਂ, ਦੂਜੇ ਪਾਸਿਓਂ ਇੱਕ ਖਿੱਤਾ ਆ ਜਿਹੜਾ ਸਰਕਾਰਾਂ ਕੋਲੋਂ ਵੀ ਅਣਗੌਲਿਆ ਹੋਇਆ ਆ ਤੇ ਆਮ ਤੌਰ ਤੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਵੀ, ਉਹ ਹੈ ਖੇਤ ਮਜ਼ਦੂਰ ਜਾਂ ਸੀਰੀ, ਜਿਨ੍ਹਾਂ ਦੀ ਨਾ ਤਾਂ ਡੇਟਾ ਮਿਲਦਾ ਆ ਨਾ ਉਹਨਾਂ ਦੀਆਂ ਜਥੇਬੰਦੀਆਂ ਵੱਡੀਆਂ ਹੈਗੀਆਂ ਨੇ ਜਾਂ ਸਟਰੋਂਗ ਹੈਗੀਆਂ ਨੇ। ਸੋ ਮੇਰੇ ਖਿਆਲ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਤੱਕ ਹੈਲਪ ਪਹੁੰਚਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਬਿਲਕੁਲ। ਕਦੇ ਇਦਾਂ ਹੋਇਆ ਕਿ ਕਿਸੇ ਕੰਟਰੀਬਿਊਟਰ ਨੇ ਕਿਹਾ ਹੈ ਕਿ ਜਿਹੜੇ ਬੱਚੇ ਲਈ ਮੈਂ ਕੰਟਰੀਬਿਊਟ ਕਰ ਰਿਹਾ ਮੈਂ ਉਹਨੂੰ ਮਿਲਣਾ ਚਾਹੁੰਦਾ ਹੈ, ਮੈਂ ਉਹਦੇ ਹਾਲਾਤ ਡਾਇਰੈਕਟਲੀ ਜਾਣਨਾ ਚਾਹੁੰਦਾ? ਹਾਂਜੀ, ਸੋ ਉਹਦੇ ਸਾਡਾ ਪ੍ਰੋਸੈਸ ਹੈਗਾ, ਸਿਸਟਮ ਹੈਗਾ। ਸਾਨੂੰ ਕਈਆਂ ਨੇ ਰਿਕੁਐਸਟ ਕੀਤੀ ਹੈ ਪਹਿਲੇ ਵੀ ਹੁਣ ਵੀ
ਅਸੀਂ ਨਾ ਨਹੀਂ ਕਰਦੇ ਕਿ ਤੁਸੀਂ ਨਹੀਂ ਮਿਲ ਸਕਦੇ, ਪਰ ਸਾਡਾ ਜਿਹੜਾ ਮਿਲਣ ਦਾ ਤਰੀਕਾ ਹੈਗਾ ਉਹ ਮੈਂ ਤੁਹਾਨੂੰ ਤੇ ਦਰਸ਼ਕਾਂ ਨੂੰ ਐਕਸਪਲੇਨ ਕਰ ਦਿੰਦਾ ਹੈਗਾ। ਸੋ ਸਪੋਜ਼ ਕਰੋ ਇੱਥੋਂ ਕੋਈ ਅਮਰੀਕਾ ਤੋਂ ਡੋਨਰਸ ਇੰਡੀਆ ਜਾਂਦੇ ਹੈਗੇ ਨੇ, ਸਾਡੇ ਸਪੋਜ਼ਲੀ ਮੇਜਰ ਡੋਨਰ ਨੇ, ਤੇ ਉਹ ਕਿਸੇ ਬੱਚੇ ਨੂੰ ਮਿਲਣਾ ਚਾਹੁੰਦੇ ਨੇ। ਅਸੀਂ 1-on-1 ਇੰਟਰੈਕਸ਼ਨ ਨਹੀਂ ਕਰਨ ਦੇਈਦਾ। ਅਸੀਂ ਨਹੀਂ ਚਾਹੁੰਦੇ ਕਿ ਬੱਚੇ ਦੀ ਪਰਸਨਲ ਇਨਫੋਰਮੇਸ਼ਨ, ਫੋਨ ਨੰਬਰ, ਕਿੱਥੇ ਰਹਿੰਦਾ ਹੈਗਾ ਬੱਚਿਆਂ ਦੀ, ਪ੍ਰਾਈਵੇਸੀ ਕਰਕੇ ਨਾਲੇ ਅਸੀਂ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ। ਸੋ ਇਸ ਕਰਕੇ ਕਦੀ ਵੀ ਅਸੀਂ ਬੱਚੇ ਦਾ ਨਾਮ, ਫੋਨ ਨੰਬਰ ਜਾਂ ਪਰਸਨਲ ਇਨਫੋਰਮੇਸ਼ਨ ਜਾਂ ਕਿੱਥੇ ਰਹਿੰਦੀ ਹੈ ਨਹੀਂ ਦੇਦੀ ਕਿਸੇ ਨੂੰ। ਲੇਕਿਨ ਸਕੂਲ ਸੈਟਿੰਗ ਵਿੱਚ ਜਿਹੜੇ ਸਾਡੇ 7 ਸੈਂਟਰ ਤੁਹਾਨੂੰ ਦੱਸੇ ਨੇ, ਅਸੀਂ ਡੋਨਰਸ ਨੂੰ ਤੁਸੀਂ ਸੈਂਟਰ ਜਾਓ ਤੇ ਸਾਡੇ ਸੈਂਟਰ ਦੇ ਕੋਆਰਡੀਨੇਟਰ ਨੇ ਉਹ ਬੱਚੇ ਜਿੰਨੇ ਅਵੇਲੇਬਲ ਹੈਗੇ ਨੇ 8, 10, 15, 20 ਐਟ ਦੈਟ ਟਾਈਮ ਦੇ ਵਿਲ ਕਾਲ them in, ਉਹਨੂੰ ਬੁਲਾ ਕੇ ਤੁਹਾਨੂੰ ਇਕੱਠੇ ਮੁਲਾਕਾਤ ਕਰਵਾ ਦੇਣਗੇ। ਇੱਕ ਦੂਸਰੇ ਨਾਲ ਤੁਸੀਂ ਗੱਲ ਕਰੋ, ਕੋਈ ਗੱਲ ਨਹੀਂ ਹੈਗੀ ਹੈ। ਕਈ ਵਾਰੀ ਆਪਸ ਤੁਸੀਂ ਆਪਣੀ ਇਨਫੋਰਮੇਸ਼ਨ ਵੀ ਦੇ ਸਕਦੇ ਹੈਗੇ ਹੋ ਕਿ ਮੈਨੂੰ ਕਿੱਦਾਂ ਫਾਇਦਾ ਹੋਇਆ, ਕਿੱਦਾਂ ਨਹੀਂ ਹੋਇਆ। ਸੋ ਆਂਸਰਿੰਗ ਯੂਰ ਕੁਐਸਚਨ, ਯੈਸ, ਹਾਂਜੀ, ਬੱਚੇ ਦੀ ਪ੍ਰਾਈਵੇਸੀ ਪ੍ਰੋਟੈਕਟਡ, ਪ੍ਰਾਈਵੇਸੀ 100% ਪ੍ਰੋਟੈਕਟਡ। ਅਸੀਂ ਕਦੀ ਨਹੀਂ ਇਨਫੋਰਮੇਸ਼ਨ ਰਿਲੀਜ਼ ਕਰੀ ਦੀ। ਤੇ ਇਸ ਕਰਕੇ ਗਰੁੱਪ ਸੈਟਿੰਗ ਵਿੱਚ ਜਦੋਂ ਵੀ ਕੋਈ ਇੱਥੇ ਜਾਂਦਾ ਹੈਗਾ, ਅਸੀਂ ਵੀ ਮੇਕ ਅਰੇਂਜਮੈਂਟਸ ਫॉर ਮੇਜਰ ਡੋਨਰਸ ਐਂਡ ਬਟ ਆਲ ਕਮਿਊਨੀਕੇਸ਼ਨ ਇਜ਼ ਥਰੂ ਅਸ। ਆਲ ਕਮਿਊਨੀਕੇਸ਼ਨ ਥਰੂ ਅਸ। ਡੋਨਰਸ ਨੂੰ ਅਸੀਂ ਕਦੀ ਡਾਇਰੈਕਟਲੀ ਨਹੀਂ ਭੇਜੀਦਾ। ਅਸੀਂ ਥਰੂ ਨਿਸ਼ਕਾਮ, ਥਰੂ ਸੈਂਟਰ ਅਸੀਂ ਕਈ ਦਫਾ ਫਲਾਣਾ ਬੰਦਾ ਆ ਰਿਹਾ ਹੈਗਾ, ਤੇ ਜਿੰਨੀ ਵੀ ਇੰਟਰਨਲ ਕਮਿਊਨੀਕੇਸ਼ਨ ਸਾਡੀ ਆਪਣੀ ਪਰਸਨਲ ਹੁੰਦੀ ਹੈਗੀ ਹੈ ਵਿਦ ਆਲ ਪ੍ਰਾਈਵੇਸੀ ਇੰਟੈਕਟ। ਓਕੇ, ਬਹੁਤ ਵਾਰੀ ਇਹ ਹੋਇਆ, ਮੈਂ ਇਹ ਨਹੀਂ ਕਹਿ ਰਿਹਾ ਕਿ ਤੁਹਾਡੀ ਜਿਹੜੀ ਜਥੇਬੰਦੀ ਹੈ ਨਿਸ਼ਕਾਮ ਉਹਨਾਂ ਦੇ ਉੱਤੇ ਕੋਈ ਸਵਾਲ ਹੈ, ਪਰ ਬਹੁਤ ਵਾਰੀ ਇਹ ਹੋਇਆ ਕਿ ਇੱਥੋਂ ਤੁਹਾਡੇ ਵਰਗੀਆਂ ਆਰਗੇਨਾਈਜੇਸ਼ਨਸ ਨੇ ਫੰਡ ਕ੍ਰੀਏਟ ਕਰ ਲਿਆ, ਇੰਡੀਆ ਭੇਜ ਦਿੱਤਾ, ਪਰ ਉੱਥੇ ਦੀ ਯੂਜ਼ੇਜ ਸਹੀ ਨਹੀਂ ਹੋਈ ਜਾਂ ਉਹਦੀ ਰਿਪੋਰਟ ਕਲੀਅਰ ਨਹੀਂ ਆਈ। ਸੋ ਉਹਦੇ ਵਾਸਤੇ ਤੁਸੀਂ ਸੁਪਰਵਿਜ਼ਨ ਵੀ ਕਰਦੇ ਹੋ ਕਿਸ ਤਰ੍ਹਾਂ? ਸਾਡਾ 100% ਸੁਪਰਵਿਜ਼ਨ ਹੈਗਾ। ਜਿਸ ਤਰ੍ਹਾਂ ਪਹਿਲੇ ਦੱਸਿਆ ਗਿਆ ਕਿ ਸਾਡੀ ਇੰਟਰਨਲ ਆਡਿਟ, ਸੈਕਸ਼ਨਲ ਆਡਿਟਸ ਹੁੰਦੇ ਨੇ, ਨਾਲ ਦੇ ਨਾਲ ਸਾਡੀ ਜਿਹੜੀ ਡੇਲੀ ਵਰਕ ਰੂਟੀਨਸ ਹੈਗੇ ਨੇ, ਅਸੀਂ ਮਹੀਨੇਵਾਰ ਰਿਪੋਰਟਾਂ ਆਪਣੀ ਇੰਟਰਨਲ ਤਿਆਰ ਕਰੀਦੀਆਂ ਨੇ। ਜਿਹੜਾ ਪੈਸਾ ਇੰਡੀਆ ਜਾਂਦਾ ਹੈਗਾ ਉਹਦਾ ਇੱਕ ਪੈਸੇ ਦਾ ਹਿਸਾਬ ਕਿਤਾਬ ਅਸੀਂ ਆਰਾਮ ਨਾਲ ਬੈਠ ਕੇ ਦੇ ਸਕਦੇ ਹੈਗੇ ਆ। ਸੋ ਜਿਹੜਾ ਸ਼ੱਕ ਹੈ ਤੁਹਾਡਾ ਕਿਸੇ ਹੋਰ ਦਾ ਜਾਇਜ਼ ਹੈ, ਕਿਉਂਕਿ ਕਾਫੀ ਕੰਪਨੀਆਂ ਗਲਤ ਕੰਮ ਵੀ ਕਰਦੀਆਂ ਨੇ। ਅਸੀਂ ਇੱਥੇ ਸਾਹਮਣੇ ਬੈਠੇ ਹਾਂ ਤੁਹਾਡੇ, ਸਾਡੇ ਫੋਨ ਨੰਬਰ, ਸਾਡੀ ਵੈਬਸਾਈਟ, ਸਾਡੀ ਈਮੇਲ ਐਡਰੈਸ, ਜਿਸ ਤਰ੍ਹਾਂ ਮਰਜ਼ੀ ਕੰਟੈਕਟ ਕਰੋ। all the information is ready available. ਪੈਸਾ ਕਿੱਥੇ ਕਿੱਦਾਂ ਜਾ ਰਿਹਾ ਹੈ, ਕਦੋਂ ਜਾ ਰਿਹਾ ਹੈਗਾ, we track everything and we are aware of everything and everything is recorded. ਓਕੇ, ਪੈਸੇ ਨੂੰ ਇੰਡੀਆ ਭਜਵਾਣਾ ਆਪਣੇ ਆਪ ਬੜਾ ਟੈਕਨੀਕਲ ਇਸ਼ੂ ਹੋ ਜਾਂਦਾ ਆ, ਉਹਦੇ 'ਚ ਕਦੇ ਪ੍ਰੋਬਲਮ ਆਈ ਹੈ? ਨਹੀਂ, ਸਾਡੀ ਜਿਹੜੀ ਨਿਸ਼ਕਾਮ ਸਿੱਖ ਵੈਲਫੇਅਰ ਸੁਸਾਇਟੀ ਹੈ, ਦੇ ਆਰ ਰਜਿਸਟਰਡ ਰੈਸੀਪੀਐਂਟ ਆਫ ਡੋਨੇਸ਼ਨ ਫਰਮ ਆਊਟਸਾਈਡ USA. Okay, foreign outside India to. So they are registered for that purposes officially, legally, and we double check that information every time. So ਜਿਹੜਾ ਪੈਸਾ ਅਸੀਂ ਇੱਥੋਂ ਇਕੱਠਾ ਕਰਕੇ ਇੱਕ ਵਾਰੀ ਭੇਜੀਦਾ ਹੈ, it all goes through properly legal channels and as audited by the IRS in US. So I think we are satisfying every requirement. So ਮਤਲਬ ਦੋਵਾਂ ਮੁਲਕਾਂ ਦੇ ਵਿੱਚ ਤੁਸੀਂ ਟੈਕਸੇਸ਼ਨ ਤੋਂ ਲੈ ਕੇ ਅਕਾਊਂਟੇਬਿਲਿਟੀ ਤੱਕ ਦੇ ਸਾਰੇ 100% is authentic process ਹੈਗਾ, ਕੋਈ ਇਹਦੇ ਵਿੱਚ ਦੋ ਰਾਏ ਨਹੀਂ ਹੈਗੀ। ਮਤਲਬ ਜੀ ਬਹੁਤ ਸਾਰੇ ਲੋਕ ਐਸੇ ਹੈਗੇ ਆ ਜਿਹੜੇ ਅਮਰੀਕਾ ਦੇ ਵਿੱਚ ਵੀ ਨੀਡੀ ਹੈਗੇ ਆ, ਜ਼ਰੂਰਤਮੰਦ ਹੈ। ਕਦੇ ਇਹ ਕਿਸੇ ਡੋਨਰ ਨੇ ਤੁਹਾਨੂੰ ਸਵਾਲ ਪੁੱਛਿਆ ਹੈ ਕਿ ਇੱਥੇ ਕਿਉਂ ਨਹੀਂ ਖਰਚ ਰਹੇ ਪੈਸਾ, ਇੰਡੀਆ ਕਿਉਂ ਖਰਚ ਰਹੇ ਹੋ? ਸੋ ਇੱਕ ਸਵਾਲ ਸਾਨੂੰ ਕਈ ਵਾਰੀ ਆਇਆ ਹੈਗਾ। ਇਹਦਾ ਜਵਾਬ ਮੈਂ ਇਸ ਤਰੀਕੇ ਨਾਲ ਦਵਾਂਗਾ ਕਿ ਬੱਚੇ ਲੋੜਵੰਦ ਦੋਵੇਂ ਪਾਸੇ ਨੇ, ਅਮਰੀਕਾ ਵੀ ਨੇ, ਇੰਡੀਆ ਵੀ ਨੇ। ਚਲੋ ਮੰਨ ਲਿੱਤੀ ਤੁਹਾਡੀ ਗੱਲ, ਮੇਰਾ ਮੁੰਡਾ ਵੀ ਨਾ ਉੱਥੇ ਕਾਲਜ ਪੜ੍ਹਨ ਜਾਂਦਾ ਹੈਗਾ, ਠੀਕ ਹੈ, ਉਹਨੂੰ ਵੀ ਪੈਸੇ ਦੀ ਲੋੜ ਪੈਂਦੀ ਹੈਗੀ ਹੈ। what I say is ਕਿ ਜਿਹੜਾ ਸਾਡਾ ਅਸੀਂ ਅਬਜ਼ਰਵ ਕੀਤਾ ਹੈਗਾ, ਸਟੱਡੀ ਕੀਤੀ ਹੈਗੀ, ਜਿਹੜਾ ਬੱਚਾ ਅਮਰੀਕਾ ਸਪੋਜ਼ ਕਰੋ ਜਾਂ ਕੈਨੇਡਾ ਪੜ੍ਹ ਰਿਹਾ ਹੈਗਾ, ਉਹਦੇ ਕੋਲ ਹੋਰ ਰਿਸੋਰਸਿਸ ਹੈਗੇ ਨੇ। ਜਿਸ ਤਰ੍ਹਾਂ ਮੇਰੇ ਬੱਚਾ ਪੁੱਟਿੰਗ ਐਗਜ਼ਾਮਪਲ, ਰੀਅਲ ਲਾਈਫ ਐਗਜ਼ਾਮਪਲ, ਸਕਾਲਰਸ਼ਿਪ ਕਾਲਜ ਤੋਂ ਮਿਲ ਜਾਂਦਾ ਹੈਗਾ, ਫੈਡਰਲ ਲੋਨ ਮਿਲ ਜਾਂਦੇ ਹੈਗੇ ਨੇ, ਪ੍ਰਾਈਵੇਟ ਲੋਨ ਮਿਲ ਜਾਂਦੇ ਹੈਗੇ ਨੇ, ਵਿਦਆਊਟ ਐਨੀ ਹੈਸਲ ਯੂ ਕੈਨ ਅਪਲਾਈ ਫॉर ਇਟ। ਸਟਰਕਚਰ ਬਣਿਆ ਹੋਇਆ ਹੈਗਾ ਤੇ ਸਟਰਕਚਰ ਇਜ਼ ਸਪੋਰਟਡ ਬਾਈ ਦਾ ਗਵਰਨਮੈਂਟ ਆਲਸੋ। ਸੋ ਇੱਥੇ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਨੇ ਉਹਨਾਂ ਵਾਸਤੇ ਲੋਨ ਜਾਂ ਸਕਾਲਰਸ਼ਿਪ ਲੈਣ ਵਾਸਤੇ ਕੋਈ ਕਮੀ ਨਹੀਂ ਹੈਗੀ ਰਿਸੋਰਸਿਸ ਦੀ। ਲੇਕਿਨ ਜਿਹੜੇ ਸਾਡੇ ਪਿੱਛੇ ਪਿੰਡ ਨੇ ਪੰਜਾਬ 'ਚ, ਤੁਸੀਂ ਐਗਰੀ ਕਰੋਗੇ ਉਹਨਾਂ 'ਚ ਨਾ ਕੋਈ ਸਟਰਕਚਰ ਹੈਗਾ, ਨਾ ਕੋਈ ਫੰਕਸ਼ਨ ਹੈ, ਨਾ ਕੋਈ ਅਵੇਲੇਬਿਲਿਟੀ ਹੈਗੀ ਹੈ, ਤੇ ਨਾ ਪਹਿਲੀ ਗੱਲ ਤੇ ਰੀਚ ਆਊਟ ਹੀ ਨਹੀਂ ਹੈਗਾ। ਹੁਣ ਤਾਂ ਇਹ ਵੀ ਆਉਣ ਲੱਗ ਗਿਆ ਕਿ ਫਲਾਣੀ ਥਾਂ ਤੇ ਮਹਿੰਗਾ ਪੈ ਰਿਹਾ ਜੇ ਇੱਥੋਂ ਸਕੂਲ ਬੰਦ ਕਰ ਦਿਓ, ਤੇ ਕਈ ਨੇ ਤੇ ਪ੍ਰਾਈਵੇਟ ਬਿਜ਼ਨਸ ਬਣਾਏ ਹੈਗੇ ਨੇ। ਸੋ ਜਿਹੜੇ ਸਾਡੇ ਪਿੰਡਾਂ ਵਿੱਚ ਸਾਡੇ ਬੱਚੇ ਨੇ, ਖਾਸ ਕਰ ਜਿਸ ਤਰ੍ਹਾਂ ਦੱਸਿਆ ਜਸਵੀਰ ਜੀ ਨੇ, ਪੜ੍ਹਨਾ ਚਾਹੁੰਦੇ ਨੇ, ਚੰਗੇ ਨੰਬਰ ਵੀ ਆਏ ਹੈਗੇ ਨੇ, ਪਰ ਆਰਥਿਕ ਤੌਰ ਤੇ ਚੈਲੰਜ ਨੇ। ਅਸੀਂ ਉਹਨਾਂ ਨੂੰ ਰੀਚ ਆਊਟ ਕਰਕੇ, ਉਹਨਾਂ ਦੇ ਕੋਲ ਰਿਸੋਰਸਿਸ ਨਹੀਂ ਹੈਗੇ, ਇੰਪੋਰਟੈਂਟ ਗੱਲ। ਸੋ ਜਿਹੜੇ ਇੰਡੀਆ 'ਚ ਬੱਚੇ ਨੇ ਉਹਨਾਂ ਕੋਲ ਰਿਸੋਰਸਿਸ ਨਹੀਂ ਹੈਗੇ, ਤੇ ਉਹਨਾਂ ਨੂੰ ਅਸੀਂ ਰਿਸੋਰਸਿਸ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਇਸ ਆਰਥਿਕ ਫਾਈਨੈਂਸ਼ੀਅਲ ਹੈਲਪ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚੇ ਪੜ੍ਹ ਲਿਖ ਕੇ, ਜਦੋਂ ਤੁਹਾਨੂੰ ਦੱਸਿਆ ਕਿ ਸਾਡੇ 3000 ਬੱਚੇ ਗ੍ਰੈਜੂਏਟ ਹੋ ਚੁੱਕੇ ਨੇ, ਹਜ਼ਾਰਾਂ ਬੱਚੇ ਨੌਕਰੀਆਂ ਲੱਗ ਚੁੱਕੇ ਨੇ ਅੱਜ ਦੀ ਡੇਟ 'ਚ, ਤੇ ਨਰਸਾਂ, ਡਾਕਟਰ, ਇੰਜੀਨੀਅਰ ਅਮਰੀਕਾ, ਕੈਨੇਡਾ ਪਹੁੰਚ ਚੁੱਕੇ ਨੇ, and they are feeding back, and they are developing. That's very interesting. ਜਿੱਦਾਂ ਤੁਸੀਂ ਦੱਸਿਆ ਸੀਗਾ ਕਿ ਇੱਕ ਲੜਕੀ ਪੜ੍ਹ ਕੇ ਨਰਸਿੰਗ ਕਰਕੇ ਆਪਣੇ ਪਰਿਵਾਰ ਦੇ ਹੋਰ ਬੱਚਿਆਂ ਨੂੰ ਪੜ੍ਹਾ ਰਹੀ ਆ,
ਤਾਂ ਇਹ ਵੀ ਤੁਹਾਨੂੰ ਹੋ ਰਿਹਾ ਹੈ ਕਿ ਜਿਹੜੇ ਪਹਿਲਾਂ ਅੱਜ ਤੋਂ 18 ਸਾਲ 15 ਸਾਲ ਪਹਿਲਾਂ ਪੜ੍ਹੇ ਆ ਹੁਣ ਉਹਨਾਂ ਕੋਲ 2 ਪੈਸੇ ਆ ਗਏ ਉਹ ਵੀ ਚਾਹੁੰਦੇ ਨੇ ਕੰਟਰੀਬਿਊਟ ਕਰਨਾ ਬਿਲਕੁਲ ਐਂਡ ਵੀ ਹੈਵ ਕਈ ਕੇਸਿਸ ਹੈਗੇ ਹਨ ਸਾਡੇ ਇੱਥੇ ਜਿਹੜੇ ਕਿ ਬੱਚੇ ਇੱਥੇ ਵੀ ਆ ਗਏ ਹਨ ਸਾਡੇ ਨਾਲ ਹੁਣ ਉਹ ਵੋਲੰਟੀਅਰਸ ਹੈਗੇ ਹਨ ਸਾਡੇ ਨਾਲ ਹੈਲਪ ਕਰ ਰਹੇ ਹੈਗੇ ਪਰ ਅਦਰਵਾਈਜ਼ ਆਲਸੋ ਜਿਹੜੇ ਬੱਚੇ ਇੰਡੀਆ ਵੀ ਹੈਗੇ ਅਸੀਂ ਉਹਨਾਂ ਦੀ ਐਲੂਮਨਾਈ ਐਸੋਸੀਏਸ਼ਨ ਫਾਰਮ ਕਰ ਰਹੇ ਹੈਗੇ ਆ ਤਾਂ ਕਿ ਇਟਸ ਅ ਗਿਵ ਬੈਕ ਦੈਟ ਦੇ ਕੈਨ ਗਿਵ ਬੈਕ ਰਾਈਟ ਅਸੀਂ ਉਹਨਾਂ ਨਾਲ ਪੇਡ ਬੈਕ ਯਾ ਸੋ ਇਟਸ ਨਾਟ ਕਿ ਅਸੀਂ ਪੈਸਾ ਦੇਤਾ ਛੱਡਤਾ ਸੋ ਯੂ ਸੀ ਜਿਸ ਤਰ੍ਹਾਂ ਦੱਸਿਆ ਕਿ ਅਸੀਂ ਸਕਿੱਲ ਡਿਵੈਲਪਮੈਂਟ ਪਰਸਨੈਲਿਟੀ ਡਿਵੈਲਪਮੈਂਟ ਇੰਟਰਵਿਊ ਟੈਕਨੀਕਸ ਓਵਰਆਲ ਡਿਵੈਲਪਮੈਂਟ ਦੇ ਨਾਲ ਜਦੋਂ ਬੱਚਾ ਪੜ੍ਹਾਈ ਕਰਕੇ ਨੌਕਰੀ ਲੱਗ ਜਾਂਦਾ ਹੈਗਾ ਵੀ ਆਰ in the future ਵਿੱਚ building a huge network of ਜਿੰਨੇ alumni association ਤੁਸੀਂ ਕਹਿ ਸਕਦੇ ਹੈਗੇ ਹੋ ਕਿ ਅਸੀਂ ਉਹਨਾਂ ਨਾਲ ਕਨੈਕਟ ਹੋਈਏ ਠੀਕ ਹੈ ਨਾ ਤਾਂ ਕਿ ਇੱਕ ਤੇ ਆਰਗੇਨਾਈਜੇਸ਼ਨ ਦਾ ਹਿੱਸਾ ਬਣਨ ਦੂਸਰਾ ਜਿਸ ਵਿਚਾਰ ਨਾਲ ਅਸੀਂ ਆਪਣੀ ਸੇਵਾ ਦੇ ਭਾਵ ਨਾਲ ਇੱਥੋਂ ਡੋਨਰਸ ਨੇ ਪੈਸਾ ਭੇਜਿਆ ਹੈਗਾ ਜਿਸ ਸ਼ਰਧਾ ਨਾਲ ਪੈਸਾ ਭੇਜਿਆ ਹੈਗਾ that has to be put back in the system ਤਾਂ ਕਿ ਅਸੀਂ ਉਹਨਾਂ ਬੱਚਿਆਂ ਨੂੰ ਵੀ I'm sure ਉਹਨਾਂ ਨੂੰ ਅਹਿਸਾਸ ਹੈਗਾ ਕਿ ਮੈਨੂੰ ਕਿਸੇ ਨੇ ਹੈਲਪ ਕੀਤੀ ਮੈਂ ਕਿਸੇ ਦੀ ਹੈਲਪ ਕਰਾਂ ਤੇ ਐਸੇ ਬੇਸਿਸ ਤੇ ਪੈਸੇ ਕਮਾਉਣ ਲਈ ਮਲਟੀ ਲੈਵਲ ਮਾਰਕੀਟਿੰਗ ਹੋ ਸਕਦੀ ਮਲਟੀ ਲੈਵਲ ਫੰਡਿੰਗ ਕਿਉਂ ਨਹੀਂ ਹੋ ਸਕਦੀ ਮਲਟੀ ਲੈਵਲ ਸੋਸ਼ਲ ਵਰਕ ਕਿਉਂ ਨਹੀਂ ਹੋ ਸਕਦਾ ਐਂਡ ਇਟਸ ਅ ਰਾਈਟ ਕਾਜ਼ ਸਿੱਖੀ ਦਾ ਕਾਜ਼ ਰਾਈਟ ਕਾਜ਼ ਹੈਗਾ ਸੇਵਾ ਦਾ ਕਾਜ਼ ਹੈਗਾ ਸੋ ਵੀ ਆਰ ਡੂਇੰਗ ਫॉर ਰਾਈਟ ਪਰਪਸ ਇੱਕ ਛੋਟੀ ਬ੍ਰੇਕ ਦੇ ਲਈ ਰੁਕਦੇ ਹਾਂ ਬ੍ਰੇਕ ਤੋਂ ਬਾਅਦ ਵਾਪਸ ਆਣਾ ਹੋਰ ਕੁਝ ਸਵਾਲ ਬਾਕੀ ਨੇ ਔਰ ਕਿੱਦਾਂ ਜੇ ਤੁਸੀਂ ਕੰਟਰੀਬਿਊਟ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਤੱਕ ਪਹੁੰਚ ਕਰ ਸਕਦੇ ਹੋ ਜਾਂ ਆਨਲਾਈਨ ਕਿੱਦਾਂ ਜਾ ਸਕਦੇ ਹੋ ਉਹਦੇ ਬਾਰੇ ਗੱਲ ਕਰਾਂਗੇ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਬ੍ਰੇਕ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਫੇਰ ਜਾਰੀ ਹੈ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਕਿੱਦਾਂ ਆਪਣਾ ਕੰਮ ਕਰ ਰਹੀ ਹੈ ਔਰ ਉਹ ਪੈਸਾ ਜਿਹੜਾ ਤੁਸੀਂ ਖਰਚਣਾ ਚਾਹੁੰਦੇ ਹੋ ਕਿਸੇ ਦੀ ਮਦਦ ਦੇ ਵਾਸਤੇ ਪਰ ਨਹੀਂ ਸਮਝ ਆ ਰਿਹਾ ਕਿੱਥੇ ਜਾਏ ਕਿੱਦਾਂ ਕੀਤਾ ਜਾਏ ਉਹਦੇ ਵਾਸਤੇ ਕਿੱਦਾਂ ਇਹ ਸੋਰਸ ਬਣੇ ਹੋਣੇ ਇਹਦੇ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ ਮੈਂ ਪਹਿਲਾਂ ਭਾਜੀ ਤੁਹਾਡੇ ਤੋਂ ਜਾਣਨਾ ਚਾਹੁੰਦਾ ਹਾਂ ਕਿ ਜਿੱਦਾਂ ਹੁਣ ਫੰਡਸ ਜਾਂ ਕੰਟਰੀਬਿਊਸ਼ਨ ਦੀ ਗੱਲ ਹੋ ਰਹੀ ਆ ਅਸੀਂ ਇਹ ਗੱਲ ਕੀਤੀ ਸੀ ਕਿ ਬਹੁਤ ਥੋੜਾ ਪੈਸਾ ਜੇ ਕਿਸੇ ਕੋਲ ਹੈ ਤਾਂ ਵੀ ਉਹ ਗੁਜ਼ਾਰਾ ਕਰ ਸਕਦਾ ਹੈ ਇੱਕ ਮਦਦ ਦੇ ਤੌਰ ਤੇ ਉਹ ਭੇਜ ਸਕਦਾ ਹੈ ਕੁਛ ਲੋਕ ਕੈਨੇਡਾ ਵੀ ਬੈਠੇ ਯੂਕੇ ਵੀ ਬੈਠੇ ਆ ਕੁਛ ਤੇ ਜਿਨ੍ਹਾਂ ਕੋਲ ਪੈਸਾ ਤੁਹਾਡੇ ਕੋਲ ਆ ਵੀ ਜਾਂਦੇ ਨੇ ਪਰ ਹੈਗੇ ਆ ਜਿਨ੍ਹਾਂ ਕੋਲ ਜ਼ਿਆਦਾ ਨਹੀਂ ਹੈ ਪਰ ਫਿਰ ਵੀ ਕੁਝ ਦੇਣਾ ਚਾਹੁੰਦੇ ਨੇ ਮੇਬੀ ਇੰਡੀਆ ਬੈਠੇ ਲੋਕ ਵੀ ਕਰਨਾ ਚਾਹੁੰਦੇ ਨੇ ਤਾਂ ਤੁਸੀਂ ਇਸ ਪਲੇਟਫਾਰਮ ਨੂੰ ਗਲੋਬਲ ਲੈਵਲ ਤੇ ਕਿੱਦਾਂ ਲੋਕਾਂ ਤੱਕ ਪਹੁੰਚਾਓਗੇ ਅਸੀਂ ਆਲਰੇਡੀ ਗਲੋਬਲ ਪਹੁੰਚਾ ਰਹੇ ਹਾਂ ਅਸੀਂ ਆਲਰੇਡੀ ਉਸ ਲੈਵਲ ਤੇ ਪਹੁੰਚਾ ਰਹੇ ਹੈਗੇ ਆ ਤੇ ਉਹਦੇ ਵਿੱਚ ਮੈਂ ਹੋਰ ਵਿਸਤਾਰ ਨਾਲ ਤੁਹਾਡੇ ਨਾਲ ਗੱਲ ਕਰਾਂ ਕਿ ਜਿਸ ਤਰ੍ਹਾਂ ਸਾਡੇ ਨੰਬਰ 1 ਆਨਲਾਈਨ ਰਿਸੋਰਸਸ ਹੈਗੇ ਨੇ ਜੇ ਅਸੀਂ ਵੈਬਸਾਈਟ ਤੇ ਜਾਈਏ ssdf.org ਤੇ ਤੁਸੀਂ ਕਿਸੇ ਵੀ ਤਰੀਕੇ ਨਾਲ ਉੱਥੇ ਆਨਲਾਈਨ ਡੋਨੇਸ਼ਨ ਕਰ ਸਕਦੇ ਹੋ ਕੰਟਰੀਬਿਊਸ਼ਨ ssdf.org ਹਾਂਜੀ ਤੇ ਕੋਈ ਲਿਮਿਟ ਨਹੀਂ ਕਿ ਤੁਸੀਂ $10 ਦਿਓ ਮਹੀਨਾ ਤੁਸੀਂ $20 ਦਿਓ $25 ਦਿਓ $50 ਦਿਓ ਮਹੀਨਾ ਭਾਵੇਂ ਤੁਸੀਂ ਵਨ ਟਾਈਮ ਕੰਟਰੀਬਿਊਸ਼ਨ ਦਿਓ ਜਿਸ ਤਰ੍ਹਾਂ ਵੀ ਕੰਟਰੀਬਿਊਸ਼ਨ ਕਰੋ ਸੋ ਦੋਸ ਪੀਪਲ ਜਿਹੜੇ ਕਿ ਟੈਕਸ ਹੈਵੀ ਨੇ ਜਿਹੜੇ ਕਿ ਇੰਟਰਨੈਟ ਤੇ ਕੰਮ ਕਰ ਸਕਦੇ ਨੇ ਤੁਸੀਂ ਜਰੂਰ ਉਸ ਪੱਖੋਂ ਜਾਓ ਸਾਡੀ ਹੁਣ ਨਵੀਂ SSDF ਦੀ ਇੱਕ ਮੋਬਾਈਲ ਐਪ ਵੀ ਤਿਆਰ ਹੋ ਰਹੀ ਹੈਗੀ ਹੈ ਤੇ ਤੁਸੀਂ ਉਹ ਮੋਬਾਈਲ ਐਪ ਜਰੂਰ ਡਾਊਨਲੋਡ ਕਰੋਗੇ ਤੁਸੀਂ ਉਹਦੇ ਵਿੱਚ ਵੀ ਡਾਊਨਲੋਡ ਕਰ ਸਕਦੇ ਹੈਗੇ ਹੋ ਸੋ ਇਹ ਤੇ ਆਪਣੀ ਟੈਕਸ ਵੀ ਜਿਹੜੇ ਗਰੁੱਪ ਹੈਗੇ ਨੇ ਬੱਚੇ ਜਿਹੜੇ ਅੱਜਕੱਲ ਦੇ ਯੰਗਸਟਰ ਨੇ ਕਰ ਸਕਦੇ ਨੇ ਜਿਹੜੇ ਇੱਕ ਤੁਹਾਡੀ ਗੱਲ ਕੰਟੀਨਿਊ ਕਰਨ ਪਹਿਲਾਂ ਇੱਕ ਪੰਗਾ ਸ਼ਾਇਦ ਇਹ ਨਹੀਂ ਹੋ ਜਾਏਗਾ ਕਿ ਜੇ ਕਿਸੇ ਹੋਰ ਕੰਟਰੀ ਤੋਂ ਆ ਰਿਹਾ ਆ ਤਾਂ ਉਹਦੇ ਤੇ ਟੈਕਸੇਸ਼ਨ ਦਾ ਇਸ਼ੂ ਉਸ ਕੰਟਰੀਬਿਊਟਰ ਵਾਸਤੇ ਕੁਝ ਡਿਫਰੈਂਟ ਹੋਏਗਾ ਜਾਂ ਤੁਹਾਡੇ ਵਾਸਤੇ ਨਹੀਂ ਉਹ ਬੇਸਿਕਲੀ ਕੀ ਹੁੰਦਾ ਹੈ ਕਿ ਜਿਹੜਾ ਬੰਦਾ ਜਿੱਥੋਂ ਡੋਨੇਟ ਕਰਦਾ ਹੈਗਾ ਰਾਈਟ ਉਹ ਉਸ ਕੰਟਰੀ ਦੇ ਲਾਅ ਦੇ ਹਿਸਾਬ ਨਾਲ ਡੋਨੇਟ ਕਰਦਾ ਹੈਗਾ ਠੀਕ ਹੈ ਨਾ ਤੇ ਉਹ ਬੰਦਾ ਗੈਟਸ ਟੈਕਸ ਐਗਜ਼ੈਂਪਸ਼ਨ ਬੇਸਡ ਔਨ ਦੈਟ ਕੰਟਰੀਜ਼ ਰੂਲਸ ਐਂਡ ਰੈਗੂਲੇਸ਼ਨ ਤੁਹਾਡੀ ਆਰਗੇਨਾਈਜੇਸ਼ਨ ਵੈਸੇ ਟੈਕਸ ਐਗਜ਼ੈਂਪਟਡ ਹੈ ਯਾ ਸਾਡੀ ਆਰਗੇਨਾਈਜੇਸ਼ਨ IRS USA ਵਿੱਚ ਟੈਕਸ ਐਗਜ਼ੈਂਪਟ ਹੈਗੀ ਹੈ ਜਿਹੜਾ ਕੋਈ ਇੱਥੇ ਡੋਨਰ ਹੈਗਾ ਇਸ ਪੱਖੋਂ ਡੋਨਰ ਦੇ ਰਿਹਾ ਡੋਨੇਸ਼ਨ ਦੇ ਰਿਹਾ ਹੈਗਾ ਇਸ ਟੈਕਸ ਐਗਜ਼ੈਂਪਟ ਅਕੋਰਡਿੰਗ ਟੂ ਦਾ ਕਰੰਟ ਰੂਲਸ ਆਫ IRS ਸੋ ਉਹਦੇ ਵਿੱਚ ਕੋਈ and they get receipts for every donation ਤੁਸੀਂ ਕੰਟਰੀਬਿਊਸ਼ਨ ਦੀ ਗੱਲ ਕਰ ਰਹੇ ਹੋ ਹਾਂਜੀ ਸੋ ਕੰਟਰੀਬਿਊਸ਼ਨ ਇੱਕ ਮੈਂ ਦੱਸਿਆ ਕਿ ਜਿਹੜੇ ਬੱਚੇ ਯੰਗਸਟਰਸ ਆਪਣੇ ਨੇ ਜਾਂ ਜਿਹੜੀ ਨਵੀਂ ਜਨਰੇਸ਼ਨ ਹੈਗੀ ਹੈ ਉਹ ਜ਼ਿਆਦਾ ਟੈਕਸ ਹੈਵੀ ਹੈ ਵੈਬਸਾਈਟ ਤੇ ਕਰ ਸਕਦੇ ਹੈਗੇ ਹੋ ਬੱਚੇ ਸਿਲੈਕਟ ਕਰ ਸਕਦੇ ਹੋ ਤੁਸੀਂ ਕਿਹੜੇ ਬੱਚੇ ਨੂੰ ਦੇਣੀ ਕਿਹਨੂੰ ਨਹੀਂ ਦੇਣੀ ਹੈਗੀ ਹੈ ਮੋਬਾਈਲ ਐਪ ਡਾਊਨਲੋਡ ਕਰ ਸਕਦੇ ਹੋ ਸੋ ਲੈਟ ਮੀ ਗੋ ਬੈਕ ਟੂ ਅਦਰ ਕੈਟਾਗਰੀ ਆਫ ਪੀਪਲ ਜਿਹੜੇ ਕਿ ਘਰ ਬੈਠੇ ਰਿਟਾਇਰਡ ਨੇ ਸੋ ਉਹ ਵੀ ਸਾਨੂੰ ਚੈੱਕ ਭੇਜ ਸਕਦੇ ਨੇ ਸਾਡਾ ਐਡਰੈਸ ਹੈਗਾ ਤੁਹਾਨੂੰ ਅਸੀਂ ਬਾਅਦ ਵੀ ਦੱਸ ਸਕਦੇ ਸਾਨੂੰ ਕਾਲ ਕਰੋ ਫੋਨ ਕਰਕੇ ਵੀ ਸਾਨੂੰ ਦੱਸ ਸਕਦੇ ਨੇ ਕਿ ਅਸੀਂ ਕੰਟਰੀਬਿਊਸ਼ਨ ਕਰਨਾ ਹੈਗਾ ਈਮੇਲ ਰਾਹੀਂ ਚਿੱਠੀ ਰਾਹੀਂ ਜਿਸ ਤਰ੍ਹਾਂ ਠੀਕ ਸਮਝਣ ਗਲੋਬਲੀ ਲੈਟ ਮੀ ਐਕਸਪੈਂਡ ਦਿਸ ਫਰਦਰ ਸਾਨੂੰ ਅੱਜ ਵੀ ਡੋਨੇਸ਼ਨਾਂ ਲੰਡਨ ਕੈਨੇਡਾ ਆਸਟ੍ਰੇਲੀਆ ਸਾਰੀ ਜਗ੍ਹਾ ਤੋਂ ਇੰਡੀਆ ਤੋਂ ਵੀ ਆਉਂਦੀਆਂ ਨੇ ਜਿਹੜਾ ਇੰਡੀਆ 'ਚ ਪੈਸੇ ਦੇਣਾ ਚਾਹਵੇ ਉਹਨੂੰ ਇੱਥੇ ਅਮਰੀਕਾ ਤੱਕ ਪੈਸੇ ਭੇਜਣ ਦੀ ਲੋੜ ਨਹੀਂ ਹੈਗੀ ਹੈ ਸਾਡੇ ਕਈ ਪੈਨਸ਼ਨਰਸ ਅਮਰੀਕਾ 'ਚ ਹੈਗੇ ਨੇ ਤੇ ਉਹ ਇੰਡੀਆ 'ਚ ਆਪਣੀ ਪੈਨਸ਼ਨ ਜਾਂ ਪੈਸਾ ਡੋਨੇਸ਼ਨ ਕਰਨਾ ਹੈਗਾ ਉਹ ਨਿਸ਼ਕਾਮ ਸੁਸਾਇਟੀ ਨੂੰ ਉੱਥੇ ਪੈਸਾ ਭੇਜ ਦਿੰਦੇ ਨੇ ਤੇ ਸਾਡਾ ਉੱਥੇ ਅਕਾਊਂਟ ਬਕਾਇਦਾ ਖੁੱਲਿਆ ਹੈਗਾ ਤੇ ਸਾਡਾ ਡੋਨੇਸ਼ਨ ਤੁਹਾਡੀ ਸਿੱਧੇ ਉੱਥੇ ਅਕਾਊਂਟ ਚਲੇ ਜਾਂਦੀ ਹੈਗੀ ਸੋ ਅਮਰੀਕਨ ਪ੍ਰੋਸੈਸ ਨਾਟ ਇਨਵੋਲਵਡ ਐਂਡ ਯੂ ਆਰ ਟੈਕਸ ਐਗਜ਼ੈਂਪਟ ਅੰਡਰ ਦਾ ਇੰਡੀਅਨ ਰੂਲਸ ਐਂਡ ਗਾਈਡਲਾਈਨਸ ਓਕੇ ਸੋ 18 ਸਾਲ ਤੁਹਾਨੂੰ ਹੋ ਗਏ ਨੇ ਇਸ ਕੰਮ ਦੇ ਉੱਤੇ ਜਸਪ੍ਰੀਤ ਜੀ ਮੈਨੂੰ ਇਹ ਦੱਸੋ ਕਿ ਮੋਟੀਵੇਸ਼ਨ ਨੂੰ ਸਸਟੇਨ ਕਰਨਾ ਬੜਾ ਔਖਾ ਹੁੰਦਾ ਹੈ ਉਸ ਕੰਮ ਨੂੰ ਕਰਨ ਵਾਸਤੇ
ਕੋਈ ਫੀਡਬੈਕ ਮੈਕੈਨਿਜ਼ਮ ਤੁਸੀਂ ਬਣਾਇਆ ਜਾ ਕੇ ਹਾਲਾਤ ਨੂੰ ਵਾਚਦੇ ਹੋ ਦੇਖਦੇ ਹੋ ਪੰਜਾਬ ਦੀ ਬੜੀ ਵਾਰੀ ਬਦਨਾਮੀ ਉੱਠੀ ਆ ਜੀ ਪੰਜਾਬ ਤੇ ਡਰੱਗ ਐਡਿਕਟ ਹੋ ਗਿਆ ਸਾਰਾ ਫਿਰ ਲੋਕਾਂ ਨੂੰ ਡਰ ਲੱਗਦਾ ਨਹੀਂ ਉੱਥੇ ਪੈਸਾ ਭੇਜਣ ਦੀ ਲੋੜ ਹੈ ਤੁਸੀਂ ਕੀ ਸੋਚ ਕੇ ਸਭ ਕੁਝ ਕਰ ਰਹੇ ਹੋ ਤੁਸੀਂ ਕਿਆ ਹਾਲਾਂਕਿ ਉਹ ਬਕਵਾਸ ਗੱਲਾਂ ਨਿਕਲੀਆਂ ਨੇ ਬਾਅਦ ਚ well I mean the problem है drug नशीली काफ़ी प्रॉब्लम है कि इनफैक्ट एक गुरु नानक देव यूनिवर्सिटी एक सर्वे के हिसाब ਨਾਲ 70% ऑफ द ਸਾਡੇ ਜਿਹੜੇ ਨੌਜਵਾਨ ਮੁੰਡੇ ਹੈਗੇ ਹਨ ਉਹ ਉਹਨਾਂ ਨੂੰ ਕਿਸੇ ਨਸ਼ਾ ਕਰਦੇ ਹੈਗੇ ਹਨ they are not addicts ਪਰ ਉਹਨਾਂ ਨੂੰ ਪਤਾ ਹੈ ਉਸ ਨਸ਼ੇ ਹਾਂਜੀ so it is an especially a knowledge based ਅੱਜਕੱਲ ਦੀ ਜੋ ਹੈਗੀ environment ਹੈਗਾ ਵੇ ਉਹਦੇ ਵਿੱਚ education higher education is a thing that can गरीबी ते नशे दी जकड़ तो निकाल सकते हैं so I think education is really can get you out of that and YSHTF ਅਸੀਂ ਕਿਹਾ ਕਿ 19 ਸਾਲ ਤੋਂ ਇਹ ਕਰ ਰਹੇ ਹੈਗੇ ਹਾਂ so and we are all professional we have accountability transparency ਜਿਵੇਂ ਤੁਹਾਨੂੰ ਦੱਸਿਆ ਕਿ ਸਾਰੇ ਅਕਾਊਂਟ ਸੀ and then Seva, I think that's our big motivation is doing Seva. I think all of us are volunteers and that is a big motivation. So ਤੁਹਾਡੇ ਦਰਸ਼ਕਾਂ ਵਾਸਤੇ ਮਤਲਬ ਕਿ 18 ਸਾਲ ਦਾ ਤਜਰਬਾ ਪੂਰੇ ਕੌਨਫੀਡੈਂਸ ਪੂਰੀ ਅਕਾਊਂਟੇਬਿਲਿਟੀ ਟਰਸਟ ਦੇ ਨਾਲ ਮੈਂ ਕਹਿੰਦਾ ਜਿਹੜਾ ਸਾਡੇ ਨਾਲ ਜੁੜਨਾ ਚਾਹਵੇ ਜੀ ਸਦਕੇ ਤੇ ਅਸੀਂ ਉਹ ਫੁੱਲ ਕੌਨਫੀਡੈਂਸ ਨਾਲ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਪੰਜਾਬ ਦੇ ਹਾਲਾਤ ਸੁਧਾਰਨ ਵਾਸਤੇ ਜਿਹੜਾ ਪੈਸਾ ਅਸੀਂ ਇਕੱਠਾ ਕਰਕੇ ਭੇਜ ਰਹੇ ਹੈਗੇ ਆ ਭਾਵੇਂ ਡਰੱਗਸ ਦੀ ਪ੍ਰੋਬਲਮ ਹੈ ਭਾਵੇਂ ਗਰੀਬੀ ਦੀ ਪ੍ਰੋਬਲਮ ਹੈਗੀ ਹੈ ਹਰ ਇੱਕ ਪ੍ਰੋਬਲਮ ਦਾ ਸੋਲੂਸ਼ਨ ਇਹ ਸਾਡਾ ਫਰਮ ਵਿਚਾਰ ਹੈਗਾ ਐਜੂਕੇਸ਼ਨ ਹੈਗਾ ਜੇ ਅਸੀਂ ਬੱਚੇ ਨੂੰ ਪੜ੍ਹਾ ਦਈਏ ਉਹ ਆਪਣਾ ਸੁਧਾਰ ਕਰੇਗਾ ਆਪਣੇ ਪਰਿਵਾਰ ਸੁਧਾਰ ਕਰੇਗਾ ਉਹਨੂੰ ਡਰੱਗਸ ਲੈਣ ਦੀ ਲੋੜ ਹੀ ਨਹੀਂ ਪਏਗੀ ਜਦੋਂ ਉਹਨੂੰ ਚੰਗੀ ਨੌਕਰੀਆਂ ਮਿਲ ਗਈਆਂ ਉਹਨੂੰ ਇਸ ਪਾਸੇ ਸੋਚਣ ਦੀ ਲੋੜ ਹੀ ਨਹੀਂ ਪਏਗੀ ਤੇ ਜਿਹੜੀ ਪ੍ਰੋਬਲਮ ਹੈਗੀ ਹੈ ਜਿੰਨੀ ਵੀ ਹੈਗੀ ਹੈ ਘੱਟ ਵੱਧ ਹੈਗੀ ਹੈ ਵੀ ਵਿਲ ਇਰੈਡੀਕੇਟ ਦੈਟ ਪ੍ਰੋਬਲਮ Okay, effort ਦੇ ਨਾਲ yes right so education is the solution so ਜਿਹੜੀ ਗੱਲ ਭਾਜੀ ਕਰ ਰਹੇ ਨੇ ਉਹਦੇ ਨਾਲ ਹੁਣ ਸਮਝ ਸਭ ਨੂੰ ਆ ਗਈ ਹੈ ਸਾਨੂੰ ਕਿ ਕਿੱਦਾਂ ਅਸੀਂ ਕੰਟਰੀਬਿਊਸ਼ਨ ਕਰ ਸਕਦੇ ਹਾਂ ਕਿੱਦਾਂ ਜੋੜ ਸਕਦੇ ਹਾਂ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਦੇ ਨਾਲ ਔਰ ਇਹਨਾਂ ਦੇ ਜ਼ਰੀਏ ਬੱਚਿਆਂ ਦਾ ਭਵਿੱਖ ਸਵਾਰਨ ਦੇ ਵਿੱਚ ਮਦਦ ਕਰ ਸਕਦੇ ਹੋ ਜਾਂਦੇ ਆਖਰ ਦੇ ਵਿੱਚ ਮਨਪ੍ਰੀਤ ਭਾਜੀ ਤੁਹਾਡਾ ਸੁਨੇਹਾ ਕੱਲੇ ਕੰਟਰੀਬਿਊਟਰਸ ਨੂੰ ਨਹੀਂ ਸਾਰੀ ਆਡੀਅנס ਨੂੰ ਜਿਹੜੇ ਦੇਖ ਰਹੇ ਨੇ ਜਾਂ ਸੋਚ ਰਹੇ ਨੇ ਕਿ ਮਦਦ ਕਰਨ ਦਾ ਕੋਈ ਰਾਹ ਕੱਢੀਏ ਦੇਖੋ ਜੀ ਅਸੀਂ ਜਿਹੜੀ ਸੰਸਥਾ ਦੇ ਨਾਲ ਜੁੜੇ ਹੈਗੇ ਆ ਫਾਊਂਡੇਸ਼ਨ ਜੁੜੇ ਹੈਗੇ ਆ ਤੇ ਤੁਹਾਨੂੰ ਸਾਰਿਆਂ ਨੂੰ ਜੋੜਨ ਵਾਸਤੇ ਅਪੀਲ ਕਰਦੇ ਹੈਗੇ ਆ ਉਹਦਾ ਮਕਸਦ ਇੱਕੋ ਹੀ ਹੈ ਕਿ ਆਪਾਂ ਬੱਚਿਆਂ ਨੂੰ ਪੰਜਾਬ ਦੇ ਜਿਹੜੇ ਗਰੀਬੀ ਡਰੱਗਸ ਜਾਂ ਕਿਸੇ ਵੀ ਪ੍ਰੋਬਲਮ ਦੇ ਸ਼ਿਕਾਰ ਨੇ ਜਾਂ ਆਰਥਿਕ ਤੌਰ ਤੇ ਲੋੜ ਹੈਗੀ ਹੈ ਅਸੀਂ ਉਹਨਾਂ ਨੂੰ ਇੱਕ ਅਜ਼ਮਾਏ ਹੋਏ ਤਰੀਕੇ ਨਾਲ ਗਰੀਬੀ ਤੋਂ ਕਿੱਥੋਂ ਚੁੱਕ ਕੇ ਤੇ ਕਿੱਥੇ ਪਹੁੰਚਾਤਾ ਹੈਗਾ ਵਾਹਿਗੁਰੂ ਦੀ ਮਿਹਰ ਨਾਲ ਅਸੀਂ ਉਹ ਚਾਹੁੰਦੇ ਕਿ ਉਹਦਾ ਤੁਸੀਂ ਹਿੱਸਾ ਬਣੋ ਠੀਕ ਹੈ ਜਿਹੜੇ ਬੱਚੇ ਅੱਜ ਪੜ੍ਹ ਲਿਖ ਕੇ ਵੱਡੀ ਨੌਕਰੀਆਂ ਚਲੇ ਗਏ ਇਨਫੋਸਿਸ IBM ਹੋਰ 에ਅਰ ਫੋਰਸ ਕੰਪਨੀਆਂ ਚਲੇ ਗਏ ਨੇ ਤੁਸੀਂ ਵੀ ਸਾਡੀ ਹੈਲਪ ਕਰੋ ਹੈਲਪ ਅਸ one on one ਇੱਕ ਪੰਜਾਬੀ ਬਣ ਕੇ ਦੂਸਰੇ ਪੰਜਾਬੀ ਦੀ ਸਾਡੇ ਪਿੱਛੇ ਪਿੰਡਾਂ ਜ਼ਰੂਰ ਮਦਦ ਕਰੋ ਤੇ ਇਹਦਾ ਉਪਰਾਲੇ ਦਾ ਹਿੱਸਾ ਬਣੋ ਤੇ ਸਾਨੂੰ ਅੱਜ ਹੀ ਕਾਲ ਕਰੋ ਤੇ ਅਸੀਂ ਤੁਹਾਨੂੰ ਹੋਰ ਇਨਫੋਰਮੇਸ਼ਨ ਦੇ ਸਕੀਏ ਇਹ ਬੱਚਿਆਂ ਦੀ ਬੜੀ ਸਖਤ ਲੋੜ ਹੈਗੀ ਹੈ ਇਹਨਾਂ ਬੱਚਿਆਂ ਨੂੰ ਸਾਡੀ ਲੋੜ ਹੈਗੀ ਅੱਜ ਤੇ ਇਹ ਕੱਲ ਨੂੰ ਪੜ੍ਹ ਲਿਖ ਕੇ ਸਿਆਣੇ ਬਣ ਕੇ ਹੋਰਾਂ ਦੀ ਲੋੜਾਂ ਪੂਰੀ ਕਰਨਗੇ ਤੇ ਇਸ ਵਾਸਤੇ ਤੁਹਾਡਾ ਯੋਗਦਾਨ ਬੜਾ ਹੀ ਜ਼ਰੂਰੀ ਹੈ ਪੇਡ ਫਾਰਵਰਡ ਔਰ ਜਿਹੜੀ ਗੱਲ ਭਾਜੀ ਨੇ ਕਹੀ ਸੀ ਮੈਨੂੰ ਲੱਗਦਾ ਉਹਦੇ ਚ ਇੱਕ ਸ਼ਬਦ ਬਹੁਤ ਇੰਪੋਰਟੈਂਟ ਹੈ ਅਜ਼ਮਾਇਆ ਹੋਇਆ ਮਾਡਲ ਕਿਉਂਕਿ 18 ਸਾਲ ਤੋਂ ਮਾਡਲ ਚੱਲ ਰਿਹਾ ਹੈ ਉਹਦੇ ਚ ਸਭ ਨੂੰ ਕਲੀਅਰ ਹੈ ਕਿ ਕਿੱਦਾਂ ਉਹਦਾ ਨਤੀਜਾ ਜਿਹੜਾ ਸਕਸੈਸ ਦੇ ਵਿੱਚ ਆ ਰਿਹਾ ਜਾਂਦੇ ਤੁਹਾਡੇ ਵੱਲੋਂ ਸੁਨੇਹਾ ਕੀ ਹੈ ਜਸਪ੍ਰੀਤ ਜੀ We need your help these children need your help sponsor one child every person I request you sponsor a child ਦੇ ਵਿੱਚ ਤੁਹਾਡੀ ਕਨਸੈਂਟ੍ਰੇਸ਼ਨ ਲੜਕੀਆਂ ਤੇ ਜ਼ਿਆਦਾ ਹੈ ਹਾਂਜੀ and as we said ਕਿ ਇੱਕ ਲੜਕੀ ਨੂੰ ਸਪਾਂਸਰ ਕਰੋਗੇ ਤਾਂ ਤੁਸੀਂ ਆਪਣੀ ਫੈਮਿਲੀ ਦਾ ਉਹਨਾਂ ਸੇ ਟ੍ਰਾਂਸਫਰਮੇਸ਼ਨ ਹੋ ਜਾਏਗਾ ਤੇ ਪੂਰੀ not even family ਪੂਰੀ even like in a community general community so that's my request ਅਸੀਂ ਇਹ ਬੱਚੇ ਹੈਗੇ ਸਾਡੇ ਲੋੜਵੰਦ ਬੱਚੇ ਹੈਗੇ ਪਰ they're bright and needy children and they need our help ਥੈਂਕ ਯੂ ਸੋ ਮਚ ਜਸਪ੍ਰੀਤ ਜੀ ਮਨਪ੍ਰੀਤ ਜੀ ਬਹੁਤ ਬਹੁਤ ਸ਼ੁਕਰੀਆ ਇੱਥੇ ਆਉਣ ਦੇ ਵਾਸਤੇ ਔਰ ਇਸ ਚਰਚਾ 'ਚ ਹਿੱਸਾ ਲੈਣ ਦੇ ਵਾਸਤੇ ਸੋ ਇਹਨਾਂ ਨੂੰ ਇੱਥੇ ਬੁਲਾਉਣ ਦਾ ਮਕਸਦ ਸਿਰਫ ਇਸ ਆਰਗੇਨਾਈਜੇਸ਼ਨ ਬਾਰੇ ਜਾਣਕਾਰੀ ਦੇਣਾ ਨਹੀਂ ਤੁਹਾਨੂੰ ਇਹ ਵੀ ਚੇਤਾ ਕਰਾਉਣਾ ਸੀ ਕਿ ਬਹੁਤ ਲੋਕ ਹੈਗੇ ਨੇ ਜਿਹੜੇ ਇਸ ਤਰ੍ਹਾਂ ਕੰਮ ਕਰ ਰਹੇ ਨੇ ਕਿ ਲੋਕਾਂ ਤੱਕ ਤੁਹਾਡੀ ਕੰਟਰੀਬਿਊਸ਼ਨ ਨੂੰ ਪਹੁੰਚਾਉਣ ਦਾ ਕਿਉਂਕਿ ਹਰ ਕਿਸੇ ਕੋਲ ਵਕਤ ਨਹੀਂ ਹੈ ਤੁਸੀਂ ਰੋਜ਼ਗਾਰ ਕਮਾਉਣ ਦੇ ਵਿੱਚ ਤੁਸੀਂ ਆਪਣੇ ਬੱਚੇ ਪਾਲਣ ਦੇ ਵਿੱਚ ਇੱਥੋਂ ਦੇ ਕਾਨੂੰਨਾਂ ਦੀ ਪਾਲਣਾ ਕਰਨ ਦੇ ਵਿੱਚ ਇੰਨੇ ਬਿਜ਼ੀ ਹੋ ਕਿ ਸ਼ਾਇਦ ਤੁਸੀਂ ਇੰਡੀਆ ਜਾ ਕੇ ਪੰਜਾਬ ਜਾ ਕਿਸੇ ਦੀ ਮਦਦ ਨਹੀਂ ਕਰ ਸਕਦੇ ਪੈਸੇ ਜ਼ਰੂਰ ਕੱਢ ਸਕਦੇ ਹੋ ਉਹਨੂੰ ਸਹੀ ਢੰਗ ਨਾਲ ਕਾਨੂੰਨੀ ਜਥੇਬੰਦੀ ਦੇ ਕੋਲ ਇੱਕ ਪੂਰੇ ਪ੍ਰੋਪਰ ਸੋਰਸ ਦੇ ਕੋਲ ਔਰ ਵੈਲ ਟਰਾਈਡ ਐਂਡ ਟੈਸਟਡ ਮੈਥਡ ਦੇ ਜ਼ਰੀਏ ਕਰੋ ਇਹਦੇ ਵਾਸਤੇ ਇਹੋ ਜਿਹੀਆਂ ਜਥੇਬੰਦੀਆਂ ਦੀ ਜ਼ਰੂਰਤ ਹੈ ਸੋ ਉਮੀਦ ਕਰ ਸਕਦੇ ਹਾਂ ਕਿ ਇੱਕ ਪ੍ਰੋਪਰ ਚੈਨਲ ਦੇ ਜ਼ਰੀਏ ਤੁਹਾਡੀ ਕੰਟਰੀਬਿਊਸ਼ਨ ਜ਼ਰੂਰਤਮੰਦ ਬੱਚਿਆਂ ਤੱਕ ਪਹੁੰਚੇਗੀ ਵਾਂਸ ਅਗੇਨ ਥੈਂਕ ਯੂ ਸੋ ਮਚ ਔਰ ਅਗਲੇ ਮੁੱਦਾ ਦੇ ਐਪੀਸੋਡ ਦੇ ਵਿੱਚ ਦੁਬਾਰਾ ਜੁੜਾਂਗੇ ਕਿਸੇ ਹੋਰ ਇਸ਼ੂ ਦੇ ਨਾਲ